ਹਾਂਜੀ। ਤੇ ਅਗਲਾ ਟੌਪਿਕ ਆਪਾਂ ਜਿਹੜਾ ਕਰਾਂਗੇ ਹੋ ਗਿਆ ਆਰਗੈਨਿਕ ਕੈਮਿਸਟਰੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹ 'ਚ ਟੌਪਿਕ ਤੁਹਾਡਾ ਆਏਗਾ ਟੈਟਰਾ ਕੋਵੈਲੈਂਸੀ ਆਫ ਕਾਰਬਨ। ਟੈਟਰਾ ਕੋਵੈਲੈਂਸੀ ਆਫ ਕਾਰਬਨ। ਇਹਦੇ ਵਿੱਚ ਦੇਖੋ ਤੁਸੀਂ ਮਿਥੇਨ ਪੜ੍ਹਿਆ ਵਾ। ਮਿਥੇਨ ਪੜ੍ਹਿਆ ਨਾ, ਠੀਕ ਹੈ ਨਾ। ਕਾਰਬਨ ਬਣਾਉਂਦਾ ਹੈ, ਕਿੰਨੇ ਬੌਂਡ ਬਣਾਏ, ਕਿੰਨੇ ਡੰਡੇ ਹੈਗੇ ਕਾਰਬਨ ਨੂੰ, 1 2 3 4। ਕਾਰਬਨ ਫਾਰਮਸ ਕਿੰਨੇ ਬੌਂਡ, ਡੰਡਿਆਂ ਨੂੰ ਕਹਿੰਦੇ ਬੌਂਡ, 4 ਬੌਂਡਸ। ਕਿਹਦੇ ਨਾਲ, ਵਿਦ ਅਦਰ ਐਟਮਸ। ਵਿਦ ਅਦਰ ਐਟਮਸ ਆਹ ਡੰਡੇ ਬਣਾਉਂਦਾ ਹੈ। these bonds formed by sharing of electrons। ਬਣਦੇ ਕਿਸ ਤਰ੍ਹਾਂ ਹੈ, ਇਲੈਕਟ੍ਰੋਨ ਨੂੰ ਸ਼ੇਅਰ ਕਰਕੇ, ਟਰਾਂਸਫਰ ਕਰਕੇ ਨਹੀਂ, ਇਲੈਕਟ੍ਰੋਨ ਨੂੰ ਕਿਸੇ ਨਾਲ ਸ਼ੇਅਰ ਕਰਕੇ। ਤੇ ਇਹ ਬੌਂਡ, these bonds are called covalent bonds। ਇਹਨਾਂ ਨੂੰ ਕਹਿੰਦੇ ਆ covalent bond। thus ਕਾਰਬਨ ਦੀ 4 ਵੈਲੈਂਸੀ ਹੈ and it is ਟੈਟਰਾ ਕੋਵੈਲੈਂਟ। 4 ਕੋਵੈਲੈਂਟ ਬੌਂਡ ਬਣਾਉਂਦਾ ਹੈ, 4 ਕੋਵੈਲੈਂਟ ਬੌਂਡ ਬਣਾਉਂਦਾ ਹੈ ਕਾਰਬਨ। ਠੀਕ ਹੈ ਜੀ, ਠੀਕ ਹੈ। ਇਸ ਕਰਕੇ ਉਹਦੀ ਵੈਲੈਂਸੀ ਕੀ ਹੁੰਦੀ ਹੈ, ਕਾਰਬਨ ਨੂੰ ਕਿਹਾ ਜਾਂਦਾ ਹੈ, ਉਹਦੀ ਵੈਲੈਂਸੀ ਨੂੰ ਕਿਹਾ ਜਾਂਦਾ ਹੈ ਟੈਟਰਾ ਕੋਵੈਲੈਂਸੀ। ਅਤੇ ਇਹੀ ਟੌਪਿਕ ਹੈ ਟੈਟਰਾ ਕੋਵੈਲੈਂਸੀ ਆਫ ਕਾਰਬਨ। ਠੀਕ ਹੈ ਜੀ। ਅਗਲਾ ਟੌਪਿਕ ਤੁਹਾਡਾ ਆ ਗਿਆ ਕੈਟੀਨੇਸ਼ਨ। ਕੈਟੀਨੇਸ਼ਨ ਕੀ ਹੈ, ਦੇਖੋ ਕਾਰਬਨ 'ਚ ਇੱਕ ਗੁਣ ਹੁੰਦਾ ਹੈ ਕਿ ਉਹ ਦੂਜੇ ਕਾਰਬਨ ਨਾਲ ਜੁੜ ਜੁੜ ਕੇ ਜਾਂ ਤਾਂ ਲੰਬੀਆਂ ਚੇਨਾਂ ਬਣਾ ਲੈਂਦਾ ਹੈ ਜਾਂ ਕੀ ਬਣਾ ਲੈਂਦਾ ਹੈ, षटकोण बना लेगा। ठीक है जी, चतुर्भुज बना लेगा। ठीक है, ठीक है, कुछ भी रिंग्स बनाएगा या कि बनाएगा चेन्स बना लेगा। ठीक है जी, ठीक है। यह प्रॉपर्टी ਨੂੰ ਕਹਿੰਦੇ ਹੈਗੇ ਕੈਟੀਨੇਸ਼ਨ ਕਹਿੰਦੇ ਹੈਗੇ। ਕਾਰਬਨ has property to form chains or rings by joining to other atoms, other carbon atoms। this property, ਇਹ ਪ੍ਰੋਪਰਟੀ ਨੂੰ ਕਹਿੰਦੇ ਹੈਗੇ ਆ called catenation। ਕੀ ਕਹਿੰਦੇ ਹੈਗੇ ਆ, catenation।
एंड ते नेशन अगे कैटिनेशन। ठीक है जी, समझ लग गई। चलो जी, अगला टॉपिक जो तुहाडे कोल आ जाएगा वो की आ जाएगा जी, फंक्शनल ग्रुप। ਇਹਦੇ ਨਾਂ ਤੋਂ ਤੁਹਾਨੂੰ ਕੁਝ ਪਤਾ ਲੱਗ ਜਾਣਾ ਚਾਹੀਦਾ ਹੈ। ऐसा ग्रुप ਜਿਹੜਾ ਕਿਸੇ ਚੀਜ਼ ਨੂੰ ਕੋਈ फंक्शन देता है, ऐसा ग्रुप ਜਿਹੜਾ ਕਿਸੇ ਚੀਜ਼ ਨੂੰ ਕੋਈ ਗੁਣ ਦਿੰਦਾ ਹੈ। ਇਹ ਗਨ ਨਹੀਂ ਗਾ, ਗੁਣ ਹੈਗਾ, ਇਹ ਗੁਣ ਦਿੰਦਾ ਹੈ। ਠੀਕ ਹੈ ਜੀ, ਉਹਨੂੰ ਗਏ ਕਹਿੰਦੇ ਫੰਕਸ਼ਨ ਗਰੁੱਪ। ਤੈਨੂੰ ਆਪਾਂ ਅੰਗਰੇਜ਼ੀ 'ਚ ਪਰਿਭਾਸ਼ਾ ਕੀ ਕਹਾਂਗੇ ਫਿਰ? ਗਰੁੱਪ ਵਿੱਚ provides specific मतलब एक specific function to a carbon compound is called फंक्शनल ग्रुप। ਇਹ ਜੋ ਪੰਜਾਬੀ 'ਚ ਲਿਖਿਆ ਉਹ ਸਮਝਾਇਆ, ਉਹਨੂੰ ਮੈਂ ਅੰਗਰੇਜ਼ੀ 'ਚ ਥੱਲੇ ਇਹਦਾ ਅਨੁਵਾਦ ਕੀਤਾ ਹੈ। ਠੀਕ ਹੈ ਜੀ, ਸਮਝ ਲੱਗ ਗਈ। ਇੱਕ ਇਹੋ ਜਿਹਾ ਗਰੁੱਪ ਜਿਹੜਾ ਕਿ ਸਪੈਸੀਫਿਕ ਹੁੰਦਾ, ਇੱਕ ਐਸਾ ਗਰੁੱਪ ਜਿਹੜਾ ਕੋਈ ਗੁਣ ਦੇਵੇ। ਫੰਕਸ਼ਨ ਕਹਿੰਦਾ ਗੁਣ, ਟੂ ਕਾਰਬਨ ਕੰਪਾਊਂਡ ਇਜ਼ ਕਾਲਡ ਫੰਕਸ਼ਨਲ ਗਰੁੱਪ। ਠੀਕ ਹੈ ਜੀ, ਤੁਹਾਨੂੰ ਫੰਕਸ਼ਨਲ ਗਰੁੱਪ ਦੀ ਡੈਫੀਨੇਸ਼ਨ ਆ ਗਈ, ਤੁਸੀਂ ਆਹ ਲਿਖ ਕੇ ਆਉਣੀ ਹੈ। ਠੀਕ ਹੈ ਜੀ, ਹੁਣ ਫੰਕਸ਼ਨਲ ਗਰੁੱਪ ਮੰਨ ਲਓ, ਇਹਦਾ ਉਦਾਹਰਨ ਵੱਲੋਂ ਐਗਜ਼ਾਮਪਲ, ਜੇ ਕਿਸੇ ਵਿੱਚ COH ਗਰੁੱਪ ਲੱਗਾ ਹੋਵੇ ਅਤੇ ਉਹਦੇ 'ਤੇ ਤੁਸੀਂ ਸੋਡੀਅਮ ਪਾ ਦੋਗੇ ਨਾ ਅਤੇ ਆਪਸ 'ਚ ਰਿਐਕਸ਼ਨ ਕਰਨਗੇ। H ਦੀ ਜਗ੍ਹਾ Na ਲਿਖ ਦੇਣਾ, H ਦੀ ਜਗ੍ਹਾ ਕੀ ਲਿਖ ਦਿੱਤਾ, Na ਲਿਖ ਦਿੱਤਾ, ਨਾਲ ਕੱਢ ਦੇਣਾ ਹਾਈਡਰੋਜਨ ਗੈਸ। ਠੀਕ ਹੈ ਜੀ, ਜੇ ਕਿਸੇ ਚੀਜ਼ 'ਚ COH ਹੋਏਗਾ, 'ਚ ਸੋਡੀਅਮ ਪਾ ਦੋਗੇ, ਹਾਈਡਰੋਜਨ ਗੈਸ ਨਿਕਲ ਜਾਏਗੀ। ਇਹ ਗੁਣ ਹੈ ਕਿ ਨਹੀਂ? ਜਿੰਨਾ ਚੀਜ਼ਾਂ 'ਚ ਵੀ ਇਹ ਹੋਏਗਾ ਉਹਨਾਂ 'ਚ ਸੋਡੀਅਮ ਪਾਓਗੇ, ਇਹ ਚੀਜ਼ ਰਿਐਕਸ਼ਨ ਹੋਏਗਾ ਹੀ ਹੋਏਗਾ। ਯਾਨੀ ਕਿ ਉਹਨੇ ਗੁਣ ਦੇ ਦਿੱਤਾ ਕਿ ਇੱਦਾਂ ਇਹ ਚੀਜ਼ ਹੋਏਗੀ। ਜਿੰਨਾ 'ਚ COH ਲਗਾਏਗਾ ਉਹ 'ਚ ਸੋਡੀਅਮ ਪਾਓਗੇ ਤਾਂ ਹਾਈਡਰੋਜਨ ਗੈਸ ਨਿਕਲੇਗੀ। ਹੁਣ ਇੱਥੇ ਕਿਤੇ H ਬੈਲੈਂਸ ਕਰਨੀ ਹੈ, H ਇੱਥੇ 1 ਹੈ, ਇੱਥੇ ਕਿੰਨੇ ਆ 2, ਇਹਦੇ ਅੱਗੇ ਕੀ ਲਿਖ ਦਿਓ ਫਿਰ 2, ਇਹ 2 ਹੋ ਗਏ ਕਿਉਂਕਿ H ਹੀ ਹੈਗਾ, ਇੱਥੇ ਤਾਂ H ਹੈਗਾ ਨਹੀਂ ਕੋਈ ਵੀ। ਹੁਣ ਇੱਥੇ ਇਹ ਬਾਕੀ ਸਾਰੀ ਚੀਜ਼ ਵੀ 2, ਇਹਦੇ ਅੱਗੇ ਵੀ ਲਿਖ ਦੋਗੇ 2, ਹਰ ਚੀਜ਼ ਦੇ ਅੱਗੇ 2 ਆ ਜਾਏਗਾ। ਬਸ H ਦੇ, ਕਿਉਂਕਿ H ਦੇ ਪੈਰ 'ਚ 2 ਹੈਗਾ, ਇਸ ਕਰਕੇ ਉਹਦੇ ਅੱਗੇ 2 ਨਹੀਂ ਆਏਗਾ। ਠੀਕ ਹੈ ਜੀ, ਇਹ ਉਦਾਹਰਨ ਯਾਦ ਰੱਖਣਾ। ਫੰਕਸ਼ਨ ਗਰੁੱਪ ਦੇ ਪਰਿਭਾਸ਼ਾ ਹੈ, ਇਹ ਲਿਖਣਾ, ਨਾਲ ਉਦਾਹਰਨ ਲਿਖ ਦੇਣਾ। ਠੀਕ ਹੈ ਜੀ, ਅੱਗੇ ਠੀਕ ਹੈ ਜੀ, ਅਗਲਾ ਟੌਪਿਕ ਕੀ ਹੋ ਗਿਆ? क्लासिफिकेशन ऑर्गेनिक कंपाउंड्स बेसिस ऑफ फंक्शनल ग्रुप। जिन्ने भी तुसीं ऑर्गेनिक कंपाउंड पढ़ोगे ना, उन्होंने आप वंड सकते हैं क्लासीफिकेशन का वर्गीकरण। ठीक है, ਇਹਦਾ मतलब ਹੁੰਦਾ वर्गीकरण। ठीक है जी, ऑन बेसिस ऑफ फंक्शनल ग्रुप। ठीक है, ਤੁਹਾਡੇ ਔਰਗੈਨਿਕ ਕੰਪਾਊਂਡ 'ਚ ਕਿਹੜਾ ਫੰਕਸ਼ਨ ਗਰੁੱਪ ਲੱਗਾ, ਉਹਦੇ ਆਧਾਰ 'ਤੇ ਆਪਾਂ ਔਰਗੈਨਿਕ ਕੰਪਾਊਂਡਸ ਨੂੰ ਵੰਡ ਸਕਦੇ ਹਾਂ, ਉਹਨਾਂ ਦਾ ਵਰਗੀਕਰਨ ਕਰ ਸਕਦੇ ਹਾਂ। ਠੀਕ ਹੈ ਜੀ, ਦੇਖੋ ਤੁਸੀਂ ਕਿਹੜਾ ਕਲਾਸੀਫਿਕੇਸ਼ਨ ਕਰ 'ਚ ਕਰੋਗੇ। ਇੱਕ ਤੁਸੀਂ ਪੜ੍ਹੋਗੇ ਅਲਕੇਨ ਪੜ੍ਹੋਗੇ, ਦੂਜੇ ਪੜ੍ਹੋਗੇ ਅਲਕੀਨ ਪੜ੍ਹੋਗੇ, ਫਿਰ ਪੜ੍ਹੋਗੇ ਅਲਕਾਈਨ ਪੜ੍ਹੋਗੇ, ਫਿਰ ਕੀ ਪੜ੍ਹੋਗੇ ਤੁਸੀਂ ਅਲਕਾਈਨ, ਫਿਰ ਤੁਸੀਂ ਪੜ੍ਹੋਗੇ ਅਲਕਾਈਲ ਹੈਲਾਈਡ ਪੜ੍ਹੋਗੇ,
फिर तुसीं पढ़ोगे एल्कोहल पढ़ोगे, फिर तुसीं पढ़ोगे ईथर पढ़ोगे, फिर तुसीं पढ़ोगे एल्डिहाइड पढ़ोगे, फिर तुसीं पढ़ोगे एसिड पढ़ोगे, फिर तुसीं पढ़ोगे अमीन पढ़ोगे। आ सारे पढ़ोगे किहड़े किहड़े। सब तो पहले अल्केन तो शुरू करोगे। अब तो पहले अल्केन, फिर अल्कीन, फिर अल्काइन, फिर अल्काइल हैलाइड, फिर अल्कोहल, ईथर, एल्डिहाइड, एसिड ते अमीन्स। ਵੱਡਾ कर देना, एक बार लिख लो, इतों शुरू करो। सब तो पहले डंडे ते अल्केन, फिर अल्कीन, फिर अल्काइन, फिर अल्काइल हैलाइड, फिर अल्कोहल, फिर ईथर, फिर एल्डिहाइड, फिर एसिड, फिर अमीन। ठीक है जी, आही तुसीं पढ़ने हैं। ਹੁਣ ਇਹਨਾਂ ਵਿੱਚ ਗਾਂ ਤੁਸੀਂ ਕਿੰਨੇ ਕਿਹੜੇ ਕਿਹੜੇ ਕੰਪਾਊਂਡ, ਇਹਨਾਂ ਹਰ ਇੱਕ 'ਚ ਦੋ ਦੋ ਕੰਪਾਊਂਡ ਪੜ੍ਹਨੇ। ਕਿੰਨੇ ਕਿੰਨੇ ਪੜ੍ਹਨੇ ਆ? ਪਹਿਲਾ ਪੁਆਇੰਟ, ਅਲਕੇਨ ਵਿੱਚ ਕਾਰਬਨ ਕਾਰਬਨ ਸਿੰਗਲ ਬੌਂਡ ਹੁੰਦਾ ਜੀ। ਅਲਕੇਨ ਕਿਹੜਾ ਖਾਨਦਾਨ ਆ ਜਿਸ 'ਚ ਕਾਰਬਨ ਕਾਰਬਨ ਸਿੰਗਲ ਬੌਂਡ ਹੋਏਗਾ? ਅਲਕੀਨ ਖਾਨਦਾਨ 'ਚ ਕਾਰਬਨ ਕਾਰਬਨ ਡਬਲ ਬੌਂਡ ਹੁੰਦਾ ਹੈ। ਇੱਕ ਕਾਰਬਨ ਤੇ ਦੂਜੇ ਕਾਰਬਨ ਵਿੱਚ ਡਬਲ ਬੌਂਡ ਹੁੰਦਾ ਹੈ। ਠੀਕ ਹੈ ਜੀ। ਅਲਕਾਈਨ 'ਚ ਕਾਰਬਨ ਕਾਰਬਨ ਟ੍ਰਿਪਲ ਬੌਂਡ ਹੁੰਦਾ ਜੀ। ਅਲਕੇਨ ਅਲਕੀਨ ਅਲਕਾਈਨ ਖਾਨਦਾਨ ਇਹ 'ਚ ਕਾਰਬਨ ਇੱਕ ਕਾਰਬਨ ਦੂਜੇ ਕਾਰਬਨ 'ਚ ਇੱਕੋ ਡੰਡੇ ਨਾਲ ਜੁੜਿਆ ਹੈਗਾ। ਇਹ 'ਚ ਇੱਕ ਕਾਰਬਨ ਦੂਜੇ ਕਾਰਬਨ ਨਾਲ ਦੋ ਡੰਡਿਆਂ ਨਾਲ ਜੁੜਿਆ ਹੈਗਾ। ਇਹ 'ਚ ਇੱਕ ਕਾਰਬਨ ਦੂਜੇ ਕਾਰਬਨ ਤਿੰਨ ਡੰਡਿਆਂ ਨਾਲ ਜੁੜਿਆ ਹੈਗਾ। ਠੀਕ ਹੈ ਜੀ, ਇਹ ਪਹਿਲੇ ਹੋ ਗਏ। ਇਸ ਤੋਂ ਬਾਅਦ ਅਲਕੇਨ ਤੋਂ ਬਾਅਦ ਇਸ ਬਾਕੀ ਜਿੰਨੇ ਖਾਨਦਾਨ ਨੇ ਇਹ ਤੋਂ ਹੀ ਬੰਨੇ ਅਲਕੇਨ ਤੋਂ। ਦੇਖੋ ਇਹ 'ਚ ਕੀ ਹੋਣਾ, ਅਲਕੇਨ 'ਚੋਂ ਇੱਕ ਐਚ ਲਾ ਕੇ ਕੀ ਲਾ ਦਿਓ, ਐਕਸ ਲਾ ਦਿਓ। ਕੀ ਲਾ ਦਿਓ? ਜਾਂ ਤਾਂ ਇਹਦੇ 'ਚ ਇੱਕ ਕਾਰਬਨ ਹੋਏਗਾ ਔਰ ਤੇ ਇੱਕ ਐਚ ਲਾ ਕੇ ਐਕਸ ਲੱਗਾ ਹੋਏਗਾ, ਜਾਂ 'ਚ ਇੱਕ ਦੋ ਕਾਰਬਨ ਹੋਣਗੇ ਅਤੇ ਉਹਨਾਂ 'ਚੋਂ ਇੱਕ ਐਚ ਲਾ ਕੇ ਕੀ ਲੱਗਾ ਹੋਏਗਾ, ਬਾਕੀ ਸਾਰੇ ਐਚ ਲੱਗੇ ਹੋਣਗੇ ਅਤੇ ਬਾਕੀ ਕੀ ਲੱਗਾ ਹੋਏ, ਇੱਕ ਲੱਗਾ ਹੋਏਗਾ ਐਕਸ। ਇੱਕ ਕੀ ਲੱਗਾ ਹੋਏਗਾ, ਐਕਸ। ਇਹਦੇ ਵਿੱਚ ਅਲਕਾਈਲ ਹੈਲਾਈਡ 'ਚ ਕੀ ਲੱਗਾ ਹੋਏਗਾ, ਸਿੰਗਲ ਬੌਂਡ ਕਾਰਬਨ ਹੋਏਗਾ। ਕਾਰਬਨ ਨੇ ਕੀਤਾ, ਕਾਰਬਨ ਦੇ ਵਿੱਚ ਕੀ ਅਲਕੇਨ ਤੋਂ ਹੀ ਬਣਿਆ ਹੈ। ਸਮਝ ਲੱਗੀ? ਜਾਂ ਇੱਕੋ ਕਾਰਬਨ ਹੋਗਾ, ਜਾਂ ਦੋ ਕਾਰਬਨ ਹੋਣਗੇ, ਜਾਂ ਇੱਕ ਐਕਸ, ਇੱਕ ਡੰਡੇ 'ਤੇ ਐਕਸ ਹੋਏਗਾ, ਬਾਕੀ ਸਾਰੇ ਡੰਡਿਆਂ 'ਤੇ ਐਚ ਹੋਏਗਾ। ਪਹਿਲੇ ਜੇ ਦੋ ਕਾਰਬਨ ਹੋਏ, ਇੱਕ ਕਾਰਬਨ ਨੂੰ ਦੋ ਕਾਰਬਨ ਦੂਜੇ ਕਾਰਬਨ ਨਾਲ ਜੋੜ ਦਿਓ ਸਿੰਗਲ ਬੌਂਡ ਦੇ ਨਾਲ, ਫਿਰ ਬਾਅਦ 'ਚ ਬਾਕੀ ਸਾਰੇ ਐਚ ਲਾ ਦਿਓ ਅਤੇ ਇੱਕ ਥਾਂ 'ਤੇ ਕਿਤੇ ਵੀ ਇੱਕ ਥਾਂ 'ਤੇ ਐਕਸ ਲਾ ਦਿਓ। ਕਿਤੇ ਵੀ ਇੱਕ ਡੰਡੇ 'ਤੇ ਜ਼ਰੂਰੀ ਨਹੀਂ ਸਾਨੇ ਇੱਥੇ ਲਾਇਆ, ਇੱਥੇ ਯਾਦ ਕਰਕੇ ਜਾਣਾ। ਜਿਹੜੇ ਮਰਜ਼ੀ ਇੱਕ ਡੰਡੇ 'ਤੇ ਵਿੱਚ ਨਹੀਂ ਪਾਉਣਾ, ਜਿੱਥੇ ਐਚ ਜਿੱਥੇ ਬਾਹਰ ਵਾਲਾ ਕੋਈ ਵੀ ਡੰਡਾ ਉੱਤੇ ਇੱਕ ਐਕਸ ਲਾ ਦਿਓ। ਇਸ ਤਰ੍ਹਾਂ ਹੀ ਅਲਕੋਹਲ 'ਚ ਆ ਜਾਓ, ਕਿਉਂਕਿ ਅਲਕਾਈਲ ਹੈਲਾਈਡ ਵਿੱਚ ਕਿਹੜਾ ਚੀਜ਼ ਹੁੰਦੀ, ਫਿਰ ਐਕਸ ਹੁੰਦਾ। ਕੀ ਹੁੰਦਾ ਹੈ? ਐਕਸ। ਐਕਸ ਹੁੰਦਾ। ਐਕਸ ਇੱਥੇ ਕੀ ਹੈ? ਐਕਸ ਹੈਗਾ ਤੁਹਾਡਾ ਫਲੋਰੀਨ, ਕਲੋਰੀਨ, ਬ੍ਰੋਮੀਨ ਅਤੇ ਆਇਓਡੀਨ। ਐਕਸ ਕੀ ਹੋ ਸਕਦਾ? ਫਲੋਰੀਨ, ਕਲੋਰੀਨ, ਬ੍ਰੋਮੀਨ ਅਤੇ ਆਇਓਡੀਨ। ਠੀਕ ਹੈ ਜੀ। ਅਤੇ ਅਗਲਾ ਆ ਗਿਆ ਅਲਕੋਹਲ। ਅਲਕੋਹਲ ਵਿੱਚ ਓ ਐਚ ਗਰੁੱਪ ਹੁੰਦਾ। ਕਿਹੜਾ ਗਰੁੱਪ ਹੁੰਦਾ? ਓ ਐਚ ਗਰੁੱਪ। ਇੱਦਾਂ ਹੀ ਇਹਦੇ ਵਿੱਚ ਇੱਕ ਦੋ ਤਿੰਨ ਇਸ ਤਰ੍ਹਾਂ ਕਰਦਾ, ਇੱਕ ਓ ਐਚ ਲਿਖ ਦਿਓ। ਕੀ ਲਿਖ ਦਿਓ? ਓ ਐਚ। ਬਾਕੀ ਸਾਰੇ ਐਚ ਲਿਖ ਦਿਓ। ਕੀ ਲਿਖ ਦਿਓ? ਓ ਐਚ ਲਿਖ ਦਿਓ। ਐਲਕੋਹਲ 'ਚ ਕਿਹੜਾ ਚੀਜ਼ ਹੋਏਗੀ? ਓ ਐਚ ਹੋਏਗਾ। ਕੋਈ ਵੀ ਅਲਕੋਹਲ ਜਿਹੜੀ ਸ਼ਰਾਬ ਹੁੰਦੀ ਹੈ ਉਹ 'ਚ ਓ ਐਚ ਗਰੁੱਪ ਹੁੰਦਾ ਹੈ। ਅਲਕੋਹਲ ਸ਼ਰਾਬ ਹੁੰਦੀ ਹੈ, ਓ ਐਚ। ਸੇਮ ਹੀ ਹੋ ਗਿਆ, ਦੋਨੋਂ ਚੀਜ਼ਾਂ ਸੇਮ ਹੀ ਹੈ। ਐਕਸ ਜਗ੍ਹਾ ਇੱਥੇ ਓ ਐਚ ਲਿਖਤਾ, ਇੱਥੇ ਵੀ ਐਕਸ ਜਗ੍ਹਾ ਕੀ ਲਿਖਤਾ? ਓ ਐਚ ਲਿਖਤਾ। ਈਥਰ ਵਿੱਚ ਕੀ ਹੁੰਦਾ? ਉਹ ਸੈਂਟਰ 'ਚ ਹੋਏਗਾ ਅਤੇ ਇੱਕ ਬੰਨੇ ਕਾਰਬਨ ਅਤੇ ਦੂਜੇ ਬੰਨੇ ਵੀ ਕਾਰਬਨ ਹੋਏਗਾ ਈਥਰ 'ਚ। ਈਥਰ 'ਚ ਯਾਨੀ ਕਿ ਇਹ ਚੀਜ਼ ਹੁੰਦੀ ਹੈ। ਸਮਝ ਲੱਗੀ? ਈਥਰ 'ਚ ਇੱਕ ਬੰਨੇ ਕਾਰਬਨ ਅਤੇ ਦੂਜੇ ਬੰਨੇ ਵੀ, ਉਹਦੇ ਦੋਨੋਂ ਸਾਈਡ ਉਹਦੇ ਦੋ ਡੰਡੇ ਬੰਨਣਗੇ ਉਹਦੇ ਦੋਨੋਂ ਪਾਸੇ, ਅਤੇ ਇੱਕ ਕਾਰਬਨ ਦੂਜੇ ਬੰਨੇ ਵੀ ਕਾਰਬਨ। ਠੀਕ ਹੈ ਜੀ। ਯਾਨੀ ਕਿ ਇੱਥੇ ਕੀ ਲਿਖ ਦੇਣਾ? ਈਥਰ ਨੂੰ ਕਿਸ ਤਰ੍ਹਾਂ ਲਿਖ ਦੇਣਾ ਆਪਾਂ? ਈਥਰ ਨੂੰ ਕਿਸ ਤਰ੍ਹਾਂ ਲਿਖ ਦੇਣਾ ਆਪਾਂ? ਦੇਖੋ ਧਿਆਨ ਨਾਲ, ਈਥਰ ਦੇ ਵਿੱਚ ਇਹ ਈਥਰ ਦੀ ਲਿਖਦਾ ਪਿਆ ਮੈਂ। ਕੀ ਲਿਖ ਦੇਣਾ ਆਪਾਂ ਫਿਰ? ਕਾਰਬਨ, ਫਿਰ ਤਿੰਨ ਐਚ ਪਾ ਤੇ ਉਹਨੂੰ, ਫਿਰ ਆਕਸੀਜਨ, ਫਿਰ ਕਾਰਬਨ, ਦੋਵੇਂ ਬੰਨੇ ਇਸ ਤਰ੍ਹਾਂ ਲਿਖ ਦੇਣਾ। ਸਮਝ ਲੱਗੀ? ਲਓ ਜੀ। ਹੁਣ ਅੱਗੇ ਆ ਗਿਆ ਐਲਡੀਹਾਈਡ।
ਇਹ ਵੰਡ ਲੈਣਾ, ਲੈਣ ਮਾਰ ਲੈਣਾ ਬਾਈ, ਇੱਕ ਨੂੰ ਦੂਜੇ ਖਾਨਦਾਨ 'ਚ ਨਾ ਪਾ ਦੇਣਾ। ਐਲਡੀਹਾਈਡ ਵਿੱਚ ਆਹ ਵਾਲਾ ਗਰੁੱਪ ਹੁੰਦਾ ਜੀ, ਆਹ ਜਾਂ CHO ਲਿਖ ਦੇਣਾ। ਕੀ ਲਿਖ ਦੇਣਾ? CHO ਜਾਂ ਇਹ ਦੋਨੋਂ ਇੱਕੋ ਚੀਜ਼ ਹੈਗੀ ਜੀ, ਦੋਨੋਂ ਸੇਮ ਹੀ ਹੈ। ਇਹ ਤੇ ਇਹ ਚੀਜ਼ ਇੱਕੋ ਹੀ ਹੈ। ਹੁਣ ਐਲਡੀਹਾਈਡ ਵਿੱਚ ਇਹ ਵਾਲਾ ਗਰੁੱਪ ਹੋਏਗਾ। ਫਿਰ ਅਗਲਾ ਪੁਆਇੰਟ ਕੀ ਤੁਸੀਂ ਲਿਖੋਗੇ, ਐਲਡੀਹਾਈਡ 'ਚ ਕੀ ਹੋ ਸਕਦਾ? ਐਲਡੀਹਾਈਡ 'ਚ ਕੀ ਆ ਸਕਦਾ? ਇੱਕ ਕਾਰਬਨ ਲਿਖਦਾ, ਪਹਿਲੇ ਤੁਸੀਂ CHO ਲਿਖੋ, ਫਿਰ ਨਾਲ ਇੱਕ ਕਾਰਬਨ ਲਿਖ ਦਿਓ, ਉੱਤੇ 3 H ਲਿਖ ਦਿਓ, ਇੱਕ ਤੇ ਹੋ ਗਿਆ। ਜਾਂ ਤਾਂ ਇੱਕ CHO ਲਿਖੋ, ਤੁਹਾਨੂੰ H ਲਿਖ ਦਿਓ। ਠੀਕ ਹੈ ਜੀ। ਤੁਸੀਂ, ਮੈਂ ਤੁਹਾਨੂੰ ਦੱਸਦਾ, ਤੁਸੀਂ ਰੁਕੋ ਇੱਕ ਮਿੰਟ, ਇਹਨੂੰ ਸਹੀ ਕਰ ਲਓ। ਪਹਿਲੇ ਤੁਸੀਂ CHO ਲਿਖੋ, ਫਿਰ H ਲਿਖ ਦਿਓ, ਫਿਰ CHO ਲਿਖੋ, ਫਿਰ ਇੱਕ ਕਾਰਬਨ ਲਿਖੋ। ਇੱਕ 'ਚ ਇੱਕ ਕਾਰਬਨ ਹੈ, ਦੂਜੇ 'ਚ 2 ਕਾਰਬਨ। ਇਹੀ ਕੀਤਾ ਨਾ ਹਰ ਕਿਤੇ, ਇੱਕ ਕਾਰਬਨ 2 ਕਾਰਬਨ। ਇਹ 'ਚ ਇਹੀ ਉਦਾਹਰਨ ਕਰਨੀ ਹੈ ਬਸ। ਆਹ ਸਾਰੇ H ਲੱਗੇ, CHO ਨੂੰ ਜਾਂ H ਲੱਗਾ ਹੈ, ਜਾਂ CHO ਨੂੰ ਇਹ ਲੱਗਾ ਹੈ। CHO ਕਾਰਬਨ ਨੂੰ ਜੁੜਿਆ ਹੈ, ਜਿਹਦੇ ਉੱਤੇ 3 H ਲੱਗੇ ਹੋਏ। ਠੀਕ ਹੈ ਜੀ। ਇਹ ਤੁਹਾਡਾ ਹੋ ਗਿਆ ਐਲਡੀਹਾਈਡ। ਉਸ ਤੋਂ ਬਾਅਦ ਐਸਿਡ ਆ ਗਿਆ। ਐਸਿਡ ਵਿੱਚ ਇਹ ਵਾਲਾ ਗਰੁੱਪ ਹੋਏਗਾ, ਜਾਂ ਇਹ ਵਾਲਾ। ਇੱਦਾਂ ਵੀ ਲਿਖਿਆ, ਇੱਦਾਂ ਵੀ ਲਿਖਿਆ, ਦੋਵੇਂ ਚੀਜ਼ਾਂ ਕੀ ਹੈ, ਠੀਕ ਹੈਗੀਆਂ। ਇਸ ਤਰ੍ਹਾਂ ਜਿੱਦਾਂ ਇਹ ਕੀਤਾ ਹੁਣ, ਦੇਖੋ ਇਹਦੇ ਵਿੱਚ ਵੀ 2 ਹੀ ਚੀਜ਼ਾਂ ਪੜ੍ਹੋਗੇ ਬਸ। ਐਸਿਡ 'ਚ ਵੀ ਹਰ ਖਾਨਦਾਨ 'ਚ ਤੁਸੀਂ 2 ਚੀਜ਼ਾਂ ਪੜ੍ਹਨੀਆਂ, ਜਾਂ ਤਾਂ ਇੱਕ ਕਾਰਬਨ ਹੋਏ ਜਾਂ ਤਾਂ 2 ਕਾਰਬਨ ਹੋਣ। ਇਹ ਹੋ ਗਿਆ, ਇੱਕ ਕਾਰਬਨ ਹੋਇਆ ਤੇ H ਆ ਗਿਆ, ਲੱਗ ਗਿਆ। ਜਾਂ COH ਨੂੰ ਇੱਕ C ਲਾਤਾ ਤੇ ਬਾਕੀ ਉੱਤੇ ਕੀ ਲੱਗੇ ਹੋਏ ਆ? H ਲੱਗੇ ਹੋਏ। ਸਮਝ ਲੱਗ ਗਈ? ਹੁਣ ਅਮੀਨ ਖਾਨਦਾਨ, ਅਮੀਨ 'ਚ ਹੈ ਤੁਹਾਡੇ ਕੋਲ ਕੀ ਹੋਏਗਾ? NH2 ਹੋਏਗਾ। ਕੀ ਹੋਏਗਾ ਜੀ? NH2 ਹੋਏਗਾ। ਹੁਣ ਇਹਦੇ 'ਚ ਕਿੱਦਾਂ ਲਿਖੋਗੇ? ਇੱਕ ਕਾਰਬਨ ਆ ਗਿਆ, ਅਮੀਨ ਲਿਖਤਾ, ਪਹਿਲੇ 2 ਕਾਰਬਨ ਲਿਖ ਲਏ, ਹਰ ਜਗ੍ਹਾ 'ਤੇ H ਲਾਤਾ, ਬਸ ਇੱਕ ਜਗ੍ਹਾ 'ਤੇ ਕੀ ਲਾ ਦੋਗੇ? NH2 ਲਾ ਦੋਗੇ। ਕੀ ਲਾ ਦੋਗੇ? NH2। H ਗਿਆ, ਵੇਖੋ, ਸਮਝ ਲੱਗੀ? ਇਹ 'ਚ ਵੀ ਤੁਸੀਂ 2 ਹੀ ਚੀਜ਼ਾਂ ਪੜ੍ਹੋਗੇ। ਅਲਕੇਨ 'ਚ ਵੀ ਤੁਸੀਂ 2, ਹਰ ਖਾਨਦਾਨ 'ਚ ਤਕਰੀਬਨ ਤੁਸੀਂ 2 ਚੀਜ਼ਾਂ ਪੜ੍ਹੋਗੇ ਬਸ। ਈਥਰ ਤੁਸੀਂ ਇੱਕੋ ਚੀਜ਼ ਪੜ੍ਹੋਗੇ, ਹਰ ਖਾਨਦਾਨ 'ਚ ਬਾਕੀ 2 ਚੀਜ਼ਾਂ ਪੜ੍ਹੋਗੇ। ਅਲਕੇਨ ਹੋ ਗਿਆ। ਅਲਕੇਨ ਦਾ ਕੀ ਕਰ ਲਾਂਗੇ ਆਪਾਂ? ਵੇਖੋ, ਅਲਕੇਨ 'ਚ ਤੁਸੀਂ ਇਹ ਪੜ੍ਹ ਲਓਗੇ, 2 ਚੀਜ਼ਾਂ ਪੜ੍ਹੋਗੇ। ਇੱਕ ਕਾਰਬਨ, ਯਾਨੀ ਕਿ ਸਾਰੇ ਕੇ ਸਾਰੇ ਹਾਈਡਰੋਜਨ ਲੱਗੇ। ਦੂਜੇ 'ਚ ਦੂਜਾ ਕੰਪਾਊਂਡ ਤੁਸੀਂ ਇਹ ਪੜ੍ਹੋਗੇ। ਠੀਕ ਹੈ ਜੀ। H ਵੀ ਇਸ ਤਰ੍ਹਾਂ ਹੀ, H ਸਿਰਫ 2 ਕਾਰਬਨ ਵਾਲਾ ਹੀ ਪੜ੍ਹੋਗੇ। ਕਾਰਬਨ ਨੂੰ 2 ਡੰਡਿਆਂ ਨਾਲ ਜੋੜਤਾ, ਫਿਰ ਬਾਕੀ ਡੰਡੇ ਕਿੰਨਾ ਬਣਾਤੇ? ਹਾਈਡਰੋਜਨ ਨਾਲ। ਕਿਉਂਕਿ ਕਾਰਬਨ ਨੇ ਬਣਾ ਲੈਂਦੇ 4 ਬੌਂਡ, 2 ਬੌਂਡ ਉਹਨੇ ਬਣਾ ਲਏ ਆ ਕਾਰਬਨ ਨਾਲ, ਅਤੇ ਫਿਰ ਬਾਕੀ 2 ਡੰਡੇ ਹੀ ਬਣਾਏਗਾ ਉਹ। ਕਿਹਦੇ ਨਾਲ? ਹਰ ਕਾਰਬਨ 'ਤੇ 2 H ਲਾ ਦਿਓ। ਹੁਣ ਕਾਰਬਨ ਟ੍ਰਿਪਲ ਬੌਂਡ ਬਣਾਤਾ, 3 ਬੌਂਡ ਬਣਾਤੇ, ਇੱਕ H ਨੂੰ ਲਾ ਦਿਓ, ਫਿਰ ਇੱਕ H ਨੂੰ ਲਾ ਦਿਓ। ਤੁਸੀਂ ਇਹਦੇ 'ਚ ਇਹੀ ਪੜ੍ਹੋਗੇ। ਸਮਝ ਲੱਗ ਗਈ? ਆਹ ਸਾਰੇ ਖਾਨਦਾਨ ਹੈਗੇ ਜੀ। ਅਲਕੇਨ 'ਚ 2 ਚੀਜ਼ਾਂ ਪੜ੍ਹੋਗੇ। ਅਲਕੀਨ 'ਚ ਇੱਕ ਚੀਜ਼ ਪੜ੍ਹੋਗੇ, ਅਲਕਾਈਨ 'ਚ ਇੱਕ ਚੀਜ਼ ਪੜ੍ਹੋਗੇ, ਅਲਕਾਈਲ ਲਾਈਟ 'ਚ 2 ਚੀਜ਼ਾਂ ਪੜ੍ਹੋਗੇ, ਐਲਕੋਹਲ 'ਚ 2 ਚੀਜ਼ਾਂ ਪੜ੍ਹੋਗੇ, ਈਥਰ 'ਚ ਇੱਕ ਚੀਜ਼ ਪੜ੍ਹੋਗੇ, ਐਲਡੀਹਾਈਡ 'ਚ 2 ਚੀਜ਼ਾਂ ਪੜ੍ਹੋਗੇ। ਐਲਡੀਹਾਈਡ ਦਾ ਗਰੁੱਪ ਇਹ ਹੁੰਦਾ, ਫੰਕਸ਼ਨ ਗਰੁੱਪ। ਐਸਿਡ ਦਾ ਫੰਕਸ਼ਨ ਗਰੁੱਪ ਇਹ ਹੁੰਦਾ ਜਾਂ ਇਹ ਹੁੰਦਾ। ਇਹ 'ਚ ਵੀ 2 ਚੀਜ਼ਾਂ ਪੜ੍ਹੋਗੇ। ਅਮੀਨ 'ਚ ਵੀ 2 ਚੀਜ਼ਾਂ ਪੜ੍ਹੋਗੇ। ਠੀਕ ਹੈ ਜੀ। ਅਮੀਨ ਦਾ ਫੰਕਸ਼ਨ ਗਰੁੱਪ ਇਹ ਹੁੰਦਾ। ਠੀਕ ਹੈ ਜੀ। ਕੁਐਸਚਨ ਆ ਜਾਏਗਾ ਅਮੀਨ ਦਾ ਫੰਕਸ਼ਨ ਗਰੁੱਪ ਕਿਹੜਾ ਵਾ? NH2। ਐਸਿਡ ਦਾ COH, ਐਲਡੀਹਾਈਡ ਦਾ CHO, ਈਥਰ ਦਾ O ਦੇ ਦੋਨੇ ਬੰਨੇ ਕਾਰਬਨ, ਅਲਕੋਹਲ ਦਾ OH, ਅਲਕਾਈਲ ਹੈਲਾਈਡ ਦਾ X। ਅਲਕਾਈਲ ਹੈਲਾਈਡ ਦਾ ਫੰਕਸ਼ਨ ਗਰੁੱਪ ਹੈਗਾ X ਕੀ ਹੋ ਸਕਦਾ? ਫਲੋਰੀਨ, ਕਲੋਰੀਨ, ਬ੍ਰੋਮੀਨ ਅਤੇ ਆਇਓਡੀਨ। ਅਲਕਾਈਨ 'ਚ ਟ੍ਰਿਪਲ ਬੌਂਡ ਹੁੰਦਾ, ਅਲਕੀਨ 'ਚ ਡਬਲ ਬੌਂਡ ਹੁੰਦਾ, ਅਤੇ ਅਲਕੇਨ 'ਚ ਸਿੰਗਲ ਬੌਂਡ ਹੁੰਦਾ। ਠੀਕ ਹੈ ਜੀ। ਹੁਣ ਤੁਹਾਨੂੰ ਤੁਸੀਂ ਸੋਚੋ ਸਰ ਸਾਨੂੰ ਯਾਦ ਕਿੱਦਾਂ ਹੋਏਗਾ? ਵੇਖੋ ਜੀ, ਸਭ ਤੋਂ ਪਹਿਲਾਂ ਲੈਟਰ ਕਿਹੜਾ ਵਾ? ABC ਦਾ ਸਭ ਤੋਂ ਪਹਿਲਾਂ ਲੈਟਰ ਕਿਹੜਾ? A ਹੈ। ਇੱਥੇ A ਆਉਂਦੇ ਨਾ, ਇੱਥੇ ਅਲਕ ਤੇ ਆ ਨਹੀਂ ਦਿਆ ਨਾ, ਹਰ ਸੱਚ ਅਲਕ ਤੇ ਆ ਨਹੀਂ ਦਿਆ। ਜੇ A ਹੋਇਆ ਤਾਂ ਤੁਸੀਂ ਕਾਰਬਨ ਨੂੰ ਇੱਕ ਕਾਰਬਨ ਨਾਲ ਸਿੰਗਲ ਬੌਂਡ ਨਾਲ ਜੋੜਨਾ ਹੈ। ਕਿੰਨਾ ਜੋੜਨਾ ਹੈ? ਸਿੰਗਲ ਬੌਂਡ ਨਾਲ। ਜੇ ਈਨ ਹੋਇਆ ਤਾਂ ਕਾਰਬਨ ਨੂੰ ਦੂਜੇ ਕਾਰਬਨ ਨਾਲ ਡਬਲ ਬੌਂਡ ਨਾਲ ਜੋੜਨਾ ਹੈ। ਕਿਉਂਕਿ A ਤੋਂ ਬਾਅਦ E ਪਹਿਲਾਂ ਆਉਂਦਾ ਕਿ Y ਪਹਿਲਾਂ ਆਉਂਦਾ? E ਆਉਂਦਾ, ਫਿਰ ਕਾਰਬਨ ਡਬਲ ਬੌਂਡ ਪਾ ਦਿੱਤਾ,
फिर आ गया वाई, अल्क तो बाद वाई आ गया, मतलब एक कार्बन के दूजे कार्बन ਨੂੰ 3 ਡੰਡਿਆਂ ਨਾਲ ਜੋੜ ਦੇਣਾ। ਜੇ ਕਾਰਬਨ ਦੂਜੇ ਕਾਰਬਨ ਨਾਲ 3 ਡੰਡਿਆਂ ਨਾਲ ਜੁੜਿਆ ਤਾਂ ਉਹਨਾਂ ਦੋਨਾਂ 'ਤੇ ਇੱਕ ਐਚ ਲੱਗੇਗਾ। ਜੇ ਕਾਰਬਨ ਦੂਜੇ ਕਾਰਬਨ ਨਾਲ 2 ਡੰਡਿਆਂ ਨਾਲ ਜੁੜਿਆ ਉਹਨਾਂ ਦੋਨਾਂ 2 ਐਚ ਲੱਗਣਗੇ। ਸਮਝ ਲੱਗ ਗਈ? ਬਸ ਆਈ ਐਚ। ਹੁਣ ਬਾਕੀ ਅਲਕਾਈਲ ਹਾਈਡ 'ਚ ਇੱਕ ਐਕਸ ਹੋਏ, ਐਖੋ ਮਿਥੇਨ ਹੈਗਾ ਸੀ, ਮਿਥੇਨ 'ਚ ਇੱਕ ਐਚ ਲਾ ਕੇ ਐਕਸ ਲਿਖ ਦਿੱਤਾ, ਇਥੇਨ 'ਚ ਇੱਕ ਐਚ ਲਾ ਕੇ ਐਕਸ ਲਿਖ ਦਿੱਤਾ। ਇੱਦਾਂ ਹੀ ਅਲਕੋਹਲ 'ਚ ਵੀ ਕੀਤਾ, ਐਚ ਲਾ ਕੇ ਓ ਐਚ ਲਿਖ ਦਿੱਤਾ। ठीक है, एल्डिहाइड 'ਚ CHO लिखा, CHO लिखा, फिर याद एक कार्बन होगा या 2 कार्बन होंगे, एक कार्बन होया तो एच लिख दिता। जे 2 कार्बन लिखने पहले दूजे कार्बन जोड़ो, फिर उस कार्बन से 3 एच ला दो। सीधा सीधा इदा ही COH का हो गया, एसिड का हो गया जी। COH एक कार्बन वाला, एसिड एक कार्बन वाला लिखना तो COH लिख देता, तो एक एच लिख देता। एच किनू लिखना? कार्बन में जोड़ के। अगर 2 कार्बन लिख रहे COH को पहले कार्बन जोड़ा, फिर 3 एच कार्बन लाते। अमीन्स के भी इस तरह ही किया जिदा अल्कोहल के किया। पहले एक कार्बन लिखा, उत्ते NH2 लाया, 2 कार्बन पहले एक बॉन्ड ਨਾਲ जोड़ दिता, फिर NH2 लिखा, बाकी सारे एच लाते। समझ लगी? ਹੁਣ ਇਹਨਾਂ ਦੇ ਨਾਮ ਜਿਹੜੇ ਹੈਗੇ ਆ ਮੈਂ ਤੁਹਾਨੂੰ ਅਗਲੇ ਲੈਕਚਰ 'ਚ ਕਰਾਵਾਂਗਾ। ਠੀਕ ਹੈ ਜੀ, ਚਲੋ ਜੀ। ਪਹਿਲੇ ਤੁਹਾਨੂੰ ਕੁਐਸਚਨ ਆ ਜਾਏਗਾ ਕਿ ਕਿਹੜਾ ਫੰਕਸ਼ਨ ਗਰੁੱਪ ਕਿਹੜਾ ਵਾ। ਅਲਕੇਨ 'ਚ ਕਾਰਬਨ ਕਾਰਬਨ ਸਿੰਗਲ ਬੌਂਡ, ਅਲਕੀਨ ਦਾ ਕਾਰਬਨ ਕਾਰਬਨ ਡਬਲ ਬੌਂਡ। ਠੀਕ ਹੈ ਜੀ, ਇੱਦਾਂ ਸਾਰੇ ਫੰਕਸ਼ਨ ਐਡ ਪਹਿਲੀ ਲਾਈਨ 'ਚ ਲਿਖੇ ਨਾ ਵਾਲੇ ਆ ਐਕਸ, ਆ OH, SE ਐਲਡੀਹਾਈਡ, CHO ਕਾਰਬੋਕਸਿਲਿਕ ਐਸਿਡ ਦਾ CO ਐਸਿਡ मतलब कार्बोक्सिलिक एसिड, कार्बोक्सिलिक एसिड लिखा होगा, एसिड या कार्बोक्सिलिक एसिड लिखा है, अमीन का है। ठीक है जी, हम अगला लैक्चर और नेमिंग रह गई, अगले लैक्चर च करांगे। ठीक है जी, ओके जी।